ਜਦੋਂ ਤੋਂ ਹੀ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਬਿੱਲ ਲਿਆਂਦੇ ਹਨ, ਲਗਾਤਾਰ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਵੱਲੋਂ ਅਤੇ ਜਿਹੜੇ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਮਾਰਚ ਕੱਢੇ ਜਾ ਰਹੇ ਨੇ, ਮੋਟਰਸਾਈਕਲ ਮਾਰਚ ਕੱਢੇ ਜਾ ਰਹੇ ਨੇ, ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਅੱਜ ਫਰੀਦਕੋਟ ਦੇ ਦੀਪ ਸਿੰਘ ਵਾਲੇ ਤੋਂ ਇੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ ਕਿਸਾਨਾਂ ਦੇ ਹੱਕ ਵਿੱਚ, ਤਾਂ ਕਿ ਉਹਨੂੰ ਜਾਗਰੂਕ ਕੀਤਾ ਜਾਵੇ ਅਤੇ ਜਿਹੜਾ ਹੈਗਾ ਮੋਰਚੇ 'ਤੇ ਚੱਲ ਰਹੇ ਹਨ ਉੱਥੇ ਪਹੁੰਚਿਆ ਜਾਵੇ। ਇਸ ਨੂੰ ਲੈ ਕੇ ਸੋਨੀਆ ਮਾਨ ਜੀ ਅੱਜ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਮੈਡਮ ਪਹਿਲਾਂ ਤਾਂ ਤੁਹਾਡਾ ਜਗਬਾਣੀ ਟੀਵੀ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮੈਡਮ ਲਗਾਤਾਰ ਤੁਸੀਂ ਸੰਘਰਸ਼ ਨਾਲ ਜੁੜੇ ਹੋਏ ਹੋ, ਅੱਜ ਪਿੰਡ ਦੀਪ ਸਿੰਘ ਵਾਲੇ ਪਹੁੰਚੇ ਨੌਜਵਾਨ ਨੂੰ ਉਤਸ਼ਾਹ ਕਰਨ ਲਈ। ਇਸ ਤੋਂ ਬਾਰੇ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਤੁਹਾਡੀ ਕੀ ਅਪੀਲ ਹੈ ਤੇ ਕੀ ਕਹਿਣਾ ਚਾਹੋਗੇ? ਮੇਰੀ ਖਾਸ ਕਰਕੇ ਅਪੀਲ ਇਹੀ ਹੈ ਵੀ ਸਾਰਿਆਂ ਨੂੰ ਇਹ ਲੱਗਦਾ ਸੀਗਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਨੌਜਵਾਨ ਪੀੜ੍ਹੀ ਨਹੀਂ ਜੁੜੀ ਹੋਈ ਔਰ ਉਹਨਾਂ ਨਾਲੋਂ ਟੁੱਟ ਗਈ ਆ। ਸੋ ਬੇਸਿਕਲੀ ਇਹ ਸਾਡੀ ਪਰਸੋਂ ਦੀ ਸੰਗਰੂਰ ਦੀ ਰੈਲੀ ਵੀ, ਕੱਲ੍ਹ ਦੀ ਰੈਲੀ ਵੀ ਔਰ ਅੱਜ ਦੀ ਰੈਲੀ ਇਹ ਬਿਆਨ ਕਰਦੀ ਹੈ ਵੀ ਨੌਜਵਾਨ ਕੋਈ ਕਿਸਾਨ ਜਥੇਬੰਦੀਆਂ ਤੋਂ ਨਹੀਂ ਟੁੱਟੇ, ਉਹ ਉਹਨਾਂ ਨੂੰ ਹੀ ਸਮਰਥਨ ਦੇ ਰਿਹਾ ਪਹਿਲੇ ਦਿਨ ਤੋਂ। ਔਰ ਅੱਜ ਜਿਹੜੀ ਇਹ ਸਾਡੇ ਮੋਟਰਸਾਈਕਲ ਮਾਰਚ ਦਾ ਪਿੱਛੇ ਰੀਜ਼ਨ ਇਹੀ ਹੈ ਵੀ 23 ਨੂੰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਆ, ਉੱਥੇ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਵੀ ਉੱਥੇ ਆਉਣ। ਔਰ ਖਾਸ ਕਰਕੇ ਮੇਰੀਆਂ ਭੈਣਾਂ ਨੌਜਵਾਨ ਪੀੜ੍ਹੀ ਦੇ ਵਿੱਚੋਂ ਜਿਹੜੀਆਂ ਨਹੀਂ ਆ ਰਹੀਆਂ ਔਰ ਬਜ਼ੁਰਗ ਔਰਤਾਂ ਜ਼ਿਆਦਾ ਨੇ, ਤੇ ਅਸੀਂ ਉਹਨਾਂ ਨੂੰ ਸੱਦਾ ਦੇਣ ਵਾਸਤੇ ਆਏ ਹਾਂ। ਔਰ 26 ਤਰੀਕ ਨੂੰ ਜਿਹੜਾ ਭਾਰਤ ਬੰਦ ਕਰਨ ਦਾ ਇੱਕ ਐਲਾਨ ਕੀਤਾ ਹੈ, ਉਹਦੇ ਵਾਸਤੇ ਵੀ ਭਾਰੀ ਸੰਖਿਆ ਦੇ ਵਿੱਚ ਸਾਨੂੰ ਨੌਜਵਾਨ ਉੱਥੇ ਚਾਹੀਦੇ। ਇਸ ਕਰਕੇ ਵੇਖਿਆ ਗਿਆ ਕਿ ਮੋਰਚੇ ਵਿੱਚ ਕਾਫੀ ਗਾਇਕ ਕਲਾਕਾਰ ਸ਼ੁਰੂ ਤੋਂ ਜੁੜੇ ਹੋਏ ਹਨ। ਤੁਹਾਡਾ ਇੱਕਦਮ ਹੀ ਇੱਧਰ ਜਾਣੀ ਕਿ ਤੁਹਾਡੇ ਫੈਮਿਲੀ ਬੈਕਗਰਾਊਂਡ ਵੇਖੀਏ, ਕਿਉਂਕਿ ਤੁਹਾਡੇ ਫਾਦਰ ਸਾਹਿਬ ਵੀ ਸੰਘਰਸ਼ ਕਰ ਰਹੇ ਕਿਸਾਨਾਂ ਲਈ, ਤੁਹਾਡਾ ਵੀ ਇੱਕਦਮ ਇੱਧਰ ਰੁਝਾਨ ਆਉਣ ਦਾ, ਕਿਉਂਕਿ ਤੁਸੀਂ ਲਗਾਤਾਰ ਸ਼ੁਰੂ ਤੋਂ ਹੀ ਜੁੜੇ ਹੋਏ ਹੋ ਨਾਲ, ਤੇ ਕਿੱਦਾਂ ਇੱਕਦਮ ਹੀ ਤੁਹਾਡਾ ਇੱਧਰ ਰੁਝਾਨ ਦਾ ਆਪਾਂ ਗੱਲ ਕਰੀਏ ਉਸ ਚੀਜ਼ ਵੇਖੋ, ਮੈਨੂੰ ਇੰਨੀ ਜ਼ਿਆਦਾ ਪਹਿਲਾਂ ਨੌਲੇਜ ਨਹੀਂ ਸੀਗੀ, ਨਾ ਹੀ ਕਿਸਾਨੀ ਬਿੱਲਾਂ ਬਾਰੇ ਨੌਲੇਜ ਸੀਗੀ ਔਰ ਨਾ ਹੀ ਮੈਨੂੰ ਕਿਸਾਨੀ ਧਰਨਿਆਂ ਦੀ ਤੇ ਨੌਲੇਜ ਸੀਗੀ, ਕਿਉਂਕਿ ਮੈਂ ਬਚਪਨ ਤੋਂ ਹੀ ਆਪਣੇ ਮੰਮਾ ਦੇ ਨਾਲ ਜਾਂਦੀ ਰਹੀ ਹਾਂ, ਰੈਲੀਜ਼ ਦੇ ਵਿੱਚ ਵੀ ਜਾਂਦੀ ਰਹੀ ਹਾਂ। ਬਟ ਇਸ ਦੇ ਵਿੱਚ ਜਦੋਂ ਮੈਂ ਕਿਸਾਨੀ ਬਿੱਲ ਪੜ੍ਹੇ ਸੀਗੇ, ਉਦੋਂ ਮੈਨੂੰ ਲੱਗਾ ਵੀ ਇਹ ਸਹੀ ਨਹੀਂ ਗੇ ਸਾਡੀ ਕਿਸਾਨਾਂ ਵਾਸਤੇ। ਸੋ ਮੈਨੂੰ ਵੀ ਇਹਦੇ ਵਾਸਤੇ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ। ਔਰ ਇੱਕ ਮੈਂ ਕਿਸਾਨ ਦੀ ਧੀ ਹਾਂ ਔਰ ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਉੱਤੋਂ ਮੇਰੇ ਫਾਦਰ ਸਾਹਿਬ ਨੇ ਵੀ ਸਾਰੀ ਜ਼ਿੰਦਗੀ ਆਪਣੀ ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਹੀ ਦੇ ਦਿੱਤੀ ਸੀਗੀ। ਸੋ ਮੈਨੂੰ ਲੱਗਾ ਵੀ ਮੇਰੇ ਪਾਪਾ ਵੀ ਇਹੀ ਚਾਹੁੰਦੇ ਸੀਗੇ ਮੇਰੇ ਤੋਂ, ਔਰ ਉਹਨਾਂ ਨੇ ਜੋ ਲਾਸਟ ਲੈਟਰ ਲਿਖੀ ਸੀਗੀ ਉਹਦੇ ਵਿੱਚ ਵੀ ਇਹੀ ਕਿਹਾ ਸੀਗਾ ਕਿ ਮੈਂ ਆਪਣੇ ਕਿਸਾਨਾਂ ਵਾਸਤੇ ਔਰ ਮਜ਼ਦੂਰਾਂ ਵਾਸਤੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਾਂ ਔਰ ਉਹਨਾਂ ਤੋਂ ਬਾਅਦ ਮੈਂ ਉਹਨਾਂ ਦੇ ਕੰਮ ਕਰਾਂ। ਸੋ ਮੈਨੂੰ ਲੱਗਾ ਵੀ ਇਹ ਇਜ਼ ਅ ਰਾਈਟ ਟਾਈਮ ਕਿ ਮੈਨੂੰ ਇਹ ਕਰਨਾ ਚਾਹੀਦਾ। ਇਹਦੇ ਵਿੱਚ ਕਾਫੀ ਰੰਗ ਦੇਖੇ ਗਏ, ਕਿਉਂਕਿ ਜਦੋਂ ਮੋਰਚਾ ਚੱਲਿਆ ਸੀ ਸਾਰੇ ਕਾਫੀ ਲੋਕ ਇਕੱਠੇ, ਜਿਵੇਂ ਗੱਲ ਕੀਤੀ ਜਾਵੇ ਦੀਪ ਸਿੱਧੂ ਜਾਂ ਲੱਖਾ ਸਧਾਣਾ, ਹੋਰ ਵੀ ਕਾਫੀ ਜਥੇਬੰਦੀ ਆਗੂ ਸੀਗੇ ਨਾਲ, ਪਰ ਐਂਡ ਤੇ ਆ ਕੇ ਤੁਸੀਂ ਵੀ ਨਾ ਮੀਟਿੰਗਾਂ ਵਿੱਚ ਰਹੇ ਨੇ, ਪਰ ਲਾਸਟ ਤੇ ਆ ਕੇ ਇਹ 'ਚ ਕੀ ਮੂਵਮੈਂਟ ਬਣ ਗਈ ਕਿ ਉਹਨਾਂ ਨੂੰ ਇਹ ਵੱਖਰਾ ਹੋਣਾ ਪਿਆ, ਕਿਉਂਕਿ ਹੁਣ ਇਹ ਜਿਹੜਾ ਮਸਲਾ ਹੁਣ ਕਾਫੀ ਵੱਧ ਚੁੱਕਿਆ, ਕਿਉਂਕਿ ਕਾਫੀ ਤੁਸੀਂ ਵੀ ਦੇਖਿਆ ਸਟੇਜਾਂ ਉੱਤੇ ਵੀ ਕਾਫੀ ਚੀਜ਼ਾਂ ਹੋ ਗਈਆਂ, ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚਾਰ ਹੋ ਰਿਹਾ ਵੀ ਇਹ ਚੀਜ਼ ਲੱਗਦਾ ਨਹੀਂ ਵੀ ਕਿਤੇ ਇਹ ਜਿਹੜਾ ਸੰਘਰਸ਼ ਹੈ ਉਹਨੂੰ ਢਾਹ ਲੱਗੂਗੀ। ਵੇਖੋ ਜੀ, ਤੁਸੀਂ ਕਿਉਂ ਗੱਲ ਕਰਦੇ ਹੋ ਮੇਰੀ ਇਹਨਾਂ ਲੋਕਾਂ ਦੀ, ਕਿਉਂਕਿ ਬਿਕਾਜ਼ ਯੂ ਨੋ ਵਾਟ, ਤੁਸੀਂ ਚਾਹੁੰਦੇ ਹੋ ਕਿ ਮੈਨੂੰ ਫੇਰ ਟ੍ਰੋਲ ਕੀਤਾ ਜਾਵੇ, ਗਾਲਾਂ ਕੱਢੀਆਂ ਜਾਣ। ਅਸੀਂ ਉਹ ਨਹੀਂ ਗੱਲ ਕਰ ਰਹੇ, ਅਸੀਂ ਸਿਰਫ ਗੱਲ ਇਹ ਕਰ ਰਹੇ ਹਾਂ ਕਿਉਂਕਿ ਅਸੀਂ ਗੱਲ ਕਰ ਰਹੇ, ਅਸੀਂ ਵੀ ਜੁੜਦੇ ਹਾਂ ਨਾਲ ਸੰਘਰਸ਼ ਵੀ ਇਹ ਚੀਜ਼ ਦਾ ਨੁਕਸਾਨ ਸੰਘਰਸ਼ ਨੂੰ ਹੋ ਰਿਹਾ। ਵੀ ਤੁਹਾਨੂੰ ਚਾਹੀਦਾ ਇਹ ਚੀਜ਼ ਲੋਕਾਂ ਨੂੰ ਤੇ ਹਰ ਇੱਕ ਨੂੰ ਚੀਜ਼ ਸਮਝਣੀ ਚਾਹੀਦੀ ਚੀਜ਼। ਵੇਖੋ, ਇਹ ਲੋਕਾਂ ਨੂੰ ਸਮਝਣੀ ਚਾਹੀਦੀ ਆ ਔਰ ਆਉਣ ਵਾਲੇ ਟਾਈਮ ਤੇ ਲੋਕਾਂ ਨੂੰ ਸਮਝ ਵੀ ਲੱਗ ਜੂਗੀ, ਬਟ ਉਦੋਂ ਤੱਕ ਬਹੁਤ ਵੱਡਾ ਨੁਕਸਾਨ ਨਾ ਹੋ ਜੇ। ਇਸ ਕਰਕੇ ਹਮੇਸ਼ਾ ਮੈਂ ਤੇ ਆਪਣੀ ਆਵਾਜ਼ ਸੱਚ ਵਾਸਤੇ ਬੁਲੰਦ ਕੀਤੀ ਆ ਔਰ ਸੱਚ ਬੋਲਿਆ ਸੀਗਾ, ਜਿਹਦੇ ਪਿੱਛੇ ਮੈਨੂੰ ਬਹੁਤ ਜ਼ਿਆਦਾ ਸਭ ਕੁਝ ਸਹਿਣਾ ਪਿਆ ਸੀਗਾ ਔਰ ਮੇਰਾ ਬਹੁਤ ਲੋਕਾਂ ਨੇ ਟ੍ਰੋਲ ਵੀ ਕੀਤਾ, ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ। ਬਟ ਮੈਂ ਇਹੀ ਗੱਲਾਂ, ਉਹਨਾਂ ਵਿੱਚੋਂ ਵੀ ਇਹ ਗੱਲਾਂ ਕਰਨਾ ਚਾਹੁੰਦੀ ਸੀਗੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਰੀਆਂ ਗੱਲਾਂ ਦਾ। ਜਿਹੜੇ ਲੋਕੀ ਮੇਰੇ ਫਾਦਰ ਸਾਹਿਬ ਬਾਰੇ ਕੁਝ ਬੋਲਦੇ ਸੀਗੇ, ਮੈਨੂੰ ਉਸ ਚੀਜ਼ ਦਾ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰੇ ਫਾਦਰ ਸਾਹਿਬ ਦੀ ਇੱਕ ਖੁਦ ਦੀ ਇਮੇਜ ਆ, ਉਸ ਇਲਾਕੇ 'ਚ ਖੁਦ ਦੀ ਇਮੇਜ ਆ ਔਰ ਜੋ ਜਿਹੇ ਉਹ ਸੀਗੇ ਲੋਕੀ ਜਾਣਦੇ ਆ। ਮੈਨੂੰ ਉਹਨਾਂ ਬਾਰੇ ਐਕਸਪਲੇਨ ਕਰਨ ਦੀ ਲੋੜ ਨਹੀਂ, ਮੈਨੂੰ ਮੇਰੇ ਬਾਰੇ ਵੀ ਐਕਸਪਲੇਨ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਦੀਆਂ ਪਿਕਚਰਸ ਮੇਰੀਆਂ ਕੱਢ ਕੇ ਪਾਈਆਂ ਸੀਗੀਆਂ, ਬਿਕਾਜ਼ ਆਈ ਐਮ ਐਨ ਐਕਟਰੈਸ ਔਰ ਇੱਕ ਕਲਾਕਾਰ ਨੂੰ ਕਿਸੇ ਵੀ ਤਰੀਕੇ ਦਾ ਰੋਲ ਪਲੇ ਕਰਨਾ ਪੈ ਸਕਦਾ, ਭਾਵੇਂ ਉਹ ਵੈਸ਼ਿਆ ਦਾ ਰੋਲ ਹੋਵੇ, ਭਾਵੇਂ ਕੋਈ ਵੀ ਕਿਸੇ ਵੀ ਤਰੀਕੇ ਦਾ, ਬਿਕਾਜ਼ ਆਈ ਐਮ ਅ ਆਰਟਿਸਟ। ਸੋ ਉਹਦੇ ਵਿੱਚ ਸੋਨੀਆ ਮਾਨ ਦੀ ਪਰਸਨਲ ਲਾਈਫ ਕੀ ਹੈ ਔਰ ਐਕਟਰੈਸ ਵੱਲੋਂ ਕੀ ਹੈ, ਉਹ ਇੱਕ ਡਿਫਰੈਂਟ ਆ। ਇਸ ਟਾਈਮ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ, ਮੇਰੀ ਪਰਸਨਲ ਲਾਈਫ ਆ। ਪਰਸਨਲ ਲਾਈਫ ਦੇ ਵਿੱਚ ਮੈਨੂੰ ਸੂਟ ਸਲਵਾਰ ਪਾਉਣਾ ਚੰਗਾ ਲੱਗਦਾ ਹੈ, ਜਾਂ ਮੈਂ ਜਿਹੋ ਜਿਹਾ ਮਾਹੌਲ ਆ ਉਹ ਜਿਹਾ ਮਾਹੌਲ ਦੇ ਹਿਸਾਬ ਦੇ ਨਾਲ ਤੁਹਾਨੂੰ ਚੂਜ਼ ਕਰਨਾ ਪੈਂਦਾ ਲਾਈਫ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਕਲਾਕਾਰ ਹੋ ਕੇ ਤੁਸੀਂ ਕਿਸਾਨੀ ਬਿੱਲਾਂ ਵਾਸਤੇ ਗੱਲ ਨਹੀਂ ਕਰ ਸਕਦੇ। ਹਰ ਇੱਕ ਨੂੰ ਆਪਣੇ ਜਿਹੜੇ ਜਿੰਨੇ ਵੀ ਹੁਣ ਪੰਜਾਬ ਦੀਆਂ 32 ਜਥੇਬੰਦੀਆਂ ਨੇ, ਹਰ ਇੱਕ ਦੇ ਆਗੂ ਨੇ, ਉਹ ਕਿਸਾਨੀ ਦੀ ਗੱਲ ਕਰ ਰਹੇ, ਸਟੇਜਾਂ ਤੋਂ ਗੱਲ ਕਰ ਰਹੇ ਨੇ, ਪਰ ਇਹੀ ਨਾ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਭੰਡਿਆ ਜਾ ਰਿਹਾ, ਕਿਉਂਕਿ ਉਹਦਾ ਸਿੱਧਾ ਨੁਕਸਾਨ ਜਿਹੜਾ ਆਪਣੇ ਹੱਕਾਂ ਲਈ ਕਿਸਾਨ ਲੜ ਰਹੇ ਉਹਨਾਂ ਲਈ ਹੈ। ਬਿਲਕੁਲ ਇਹ ਗੱਲ
ਆਬਵੀਅਸਲੀ ਉਹ ਤੇ ਹੈ ਹੀ, ਪਰ ਕੁਝ ਹੱਦ ਤੱਕ ਆਈਟੀ ਸੈਲਸ ਨੇ ਗਵਰਨਮੈਂਟ ਦੇ ਜਿਹੜੇ ਕਿ ਚਾਹੁੰਦੇ ਨੇ ਵੀ ਇਹਨਾਂ ਦਾ ਮੋਰਚਾ ਖਰਾਬ ਹੋਵੇ ਔਰ ਇਹਨਾਂ ਨੂੰ ਆਪਸ ਦੇ ਵਿੱਚ ਧਰਮ ਦੇ ਨਾਮ ਦੇ ਉੱਤੇ ਲੜਾਇਆ ਜਾਵੇ ਜਾਂ ਕਾਮਰੇਡ ਵਰਸਸ ਸਿੱਖ ਸਾਰਾ ਕੁਝ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਕਾਮਰੇਡ ਵਰਸਸ ਸਿੱਖ ਕਿਉਂ ਲੜ ਰਹੇ ਨੇ, ਬਿਕਾਜ਼ ਕਮਿਊਨਿਸਟ ਕਿਸੇ ਦੀ ਇੱਕ ਵਿਚਾਰਧਾਰਾ ਹੋ ਸਕਦੀ ਆ। ਬੈਕਗ੍ਰਾਉਂਡ ਤੇ ਤੁਸੀਂ ਸਿੱਖੀਜ਼ਮ ਨੂੰ ਬਿਲੋਂਗ ਕਰਦੇ ਹੋ, ਤੁਸੀਂ ਸਿੱਖ ਧਰਮ ਤੋਂ ਆਉਂਦੇ ਹੋ, ਧਰਮ ਥੋੜਾ ਨਾ ਤੁਹਾਡਾ ਚੇਂਜ ਹੋ ਜਾਂਦਾ ਆ। ਔਰ ਇਨਫੈਕਟ ਜੇ ਮੈਂ ਆਪਣੀ ਗੱਲ ਕਰਾਂ, ਮੈਂ ਖੁਦ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੇਰੇ ਗ੍ਰੈਂਡਮਦਰ ਨੇ ਅੰਮ੍ਰਿਤ ਛਕਿਆ ਸੀਗਾ, ਮੇਰੇ ਗ੍ਰੈਂਡਫਾਦਰ ਨੇ ਅੰਮ੍ਰਿਤ ਛਕਿਆ ਸੀਗਾ। ਮੇਰੇ ਸਗੀ ਮਾਸੀ ਜੀ ਦੇ ਜਿਹੜੇ ਜੇਠ ਆ ਮੇਜਰ ਜਨਰਲ ਸ਼ਬੇਗ ਸਿੰਘ ਸੀਗੇ। ਮਤਲਬ ਸਾਡੀ ਖੁਦ ਦੀ ਆਪਸ ਦੀ ਹੀ ਫੈਮਿਲੀ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੇ ਜੇ ਵਿਚਾਰ ਕਾਮਰੇਡ ਸੀਗੇ ਤੇ ਮੇਰੇ ਮਾਸਟਰ ਜੀ ਦੇ ਵਿਚਾਰ ਉਹ ਗੋਲਡਨ ਟੈਂਪਲ ਮੱਥਾ ਟੇਕਦੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ। ਸੋ ਇਟਸ ਲਾਈਕ I belong to such a background ਜਿੱਥੇ ਦੋਵੇਂ ਉਹ ਫੈਮਿਲੀ ਦੇ ਵਿੱਚ ਦੋਵਾਂ ਚੋਂ ਹੀ ਸ਼ਹਾਦਤਾਂ ਹੋਈਆਂ ਨੇ, ਇੱਕ ਬੰਨੇ ਮੇਰੇ ਮਾਸਟਰ ਜੀ, ਇੱਕ ਬੰਨੇ ਮੇਰੇ ਫਾਦਰ ਸਾਹਿਬ। ਸੋ ਉਸ ਚੀਜ਼ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਵੀ ਲਾਈਕ ਹਨਾ ਵੀ ਸੋਨੀਆ ਮਾਨ ਦੀ ਕਾਮਰੇਡ ਇਕੱਲੀ ਸੋਚ ਹੋ ਸਕਦੀ ਆ, ਉਦੋਂ ਜੁੱਜੀ ਵੀ ਹੋ ਸਕਦੀ ਆ। ਮੈਨੂੰ ਇਹਨਾਂ ਨੇ ਜ਼ਬਰਦਸਤੀ ਦਾ ਕਾਮਰੇਡ ਵੱਲ ਧੱਕਿਆ ਆ। ਬਟ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਕਹਿੰਦੀ ਹਾਂ ਵੀ ਜੇ ਕਾਮਰੇਡ ਹੋਣਾ ਇਹ ਹੁੰਦਾ ਆ ਵੀ ਕਿਸੇ ਵੀ ਧਰਮ ਦੀ ਰਿਸਪੈਕਟ ਕਰਨੀ ਔਰ ਸਾਰੇ ਧਰਮਾਂ ਨੂੰ ਇਕੁਅਲ ਰਿਸਪੈਕਟਫੁਲੀ ਦੇਖਣਾ, ਤੇ ਫਿਰ ਮੈਂ ਕਾਮਰੇਡ ਵੀ ਜੇ ਮੇਰੀ ਇਹਨਾਂ ਨੂੰ ਵਿਚਾਰਧਾਰਾ ਇਹੋ ਜਿਹੀ ਲੱਗਦੀ ਆ। ਔਰ ਦੂਜੀ ਗੱਲ, ਜਿਹੜੀ ਇਹ ਸਿੱਖੀ ਦੇ ਬਾਣੇ ਪਾ ਕੇ ਜਾਂ ਸਿੱਖੀ ਦੀ ਮੋਹਤਬਾਰੀ ਕਰਦੇ ਨੇ, ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਸਿੱਖਣਾ ਚਾਹੀਦਾ ਵੀ ਸਿੱਖੀ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਧੀ ਭੈਣ ਦੀ ਡਿਸਰਿਸਪੈਕਟ ਕਰਨਾ ਨਹੀਂ ਲਿਖਿਆ ਹੋਇਆ। ਸਭ ਤੋਂ ਵੱਡੀ ਗੱਲ ਆ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ। ਔਰ ਉਸ ਬਾਣੀ ਦੇ ਵਿੱਚ ਕਬੀਰ ਦੀ ਵੀ ਬਾਣੀ ਆ, ਸਾਰੇ ਧਰਮਾਂ ਦੀ ਬਾਣੀ ਹੈਗੀ ਆ ਔਰ ਉੱਥੇ ਸਾਰੇ ਧਰਮਾਂ ਨੂੰ ਰਿਸਪੈਕਟ ਕਰਨ ਵਾਸਤੇ ਕਿਹਾ ਹੈ। ਜਿਹੜੇ ਵੀਡੀਓ ਬਣਾ ਕੇ ਪਾਉਂਦੇ ਆ, ਇੰਨੀ ਗਲਤ ਲੈਂਗੁਏਜ ਯੂਜ਼ ਕਰਦੇ ਆ, ਉਹ ਐਕਚੁਅਲ ਦੇ ਵਿੱਚ ਸਾਡੇ ਸਿੱਖ ਧਰਮ ਨੂੰ ਬਿਲੋਂਗ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਬਹੁਤ ਗੰਦੀ ਹੁੰਦੀ ਆ। ਜਿੱਥੇ ਗੱਲਾਂ ਕਰ ਦਿੰਦੇ ਆ ਸੰਤਾਂ ਦੀ, ਮੈਂ ਕਹਿੰਦੀ ਹਾਂ ਸੰਤਾਂ ਦੀ, ਜੇ ਤੁਸੀਂ ਮੈਂ ਨਹੀਂ ਉਹਨਾਂ ਨੂੰ ਜਾਣਦੀ ਹੈ ਨਾ ਵੀ ਮੈਂ ਉਸ ਵਕਤ 'ਚ ਨਹੀਂ ਸੀਗੀ, ਬਟ ਜਿੰਨਾ ਮੈਂ ਸੁਣਿਆ ਵੀ ਉਹ ਕੁੜੀਆਂ ਦੀ ਰਿਸਪੈਕਟ ਕਰਦੇ ਸੀਗੇ, ਕੁੜੀਆਂ ਦੀ ਇੱਜ਼ਤ ਵਾਸਤੇ ਲੜਦੇ ਸੀਗੇ। ਤੇ ਇਹ ਲੋਕੀ ਉਹਨਾਂ ਦੀਆਂ ਫੋਟੋਆਂ ਲਾ ਕੇ ਗਲਤ ਸ਼ਬਦਾਵਲੀ ਯੂਜ਼ ਕਰਦੇ, ਤੁਸੀਂ ਕਿੰਨੀ ਕੁ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹੋ। ਸੋ ਇਟਸ ਲਾਈਕ these all people are, some are IT cells, some people ਜਿਹੜੇ ਕਨਫਿਊਜ਼ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਸਿੱਖ ਹੈਗੇ ਆ ਕਿ ਨਹੀਂ ਹੈਗੇ, ਕਿਉਂਕਿ ਸਿੱਖ ਹੋਣਾ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਸਿੱਖੀਜ਼ਮ ਧਰਮ ਨੂੰ ਮੰਨਣਾ ਔਰ ਉਸ ਧਰਮ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ, ਬਾਣੀ ਦੇ ਵਿੱਚ ਲਿਖੀਆਂ, ਸਾਰਾ ਕੁਝ ਲਿਖਿਆ, ਉਸ ਨੂੰ ਮੰਨਣਾ ਵੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਇਹ ਲੋਕੀ ਤੇ ਉਹਨੂੰ ਹੀ ਨਹੀਂ ਮੰਨਦੇ ਤੇ ਗਲਤ ਗੱਲਾਂ ਕਰਦੇ ਆ। ਸੋ ਇਹਨਾਂ ਵਾਸਤੇ ਨੋ ਕਮੈਂਟ ਆ। ਬਾਕੀ ਗੱਲ ਰਹੀ ਦੀਪ ਸਿੱਧੂ ਜੀ, ਉਹਦੇ ਆਪਣੇ ਵਿਚਾਰ ਆ, ਲੱਖੇ ਸਦਾਣੇ ਦੇ ਆਪਣੇ ਵਿਚਾਰ ਆ। ਹਰ ਇੱਕ ਬੰਦਾ ਇੱਥੇ ਵੱਖ-ਵੱਖ ਵਿਚਾਰਧਾਰਾ ਦੇ ਨਾਲ ਬੈਠਾ ਆ। 31 ਜਥੇਬੰਦੀਆਂ, ਉਹਨਾਂ ਦੇ ਵੱਖ-ਵੱਖ ਵਿਚਾਰ ਆ, ਉਗਰਾਹਾਂ ਦੇ ਵੱਖ ਵਿਚਾਰ ਆ, ਸੋਨੀਆ ਮਾਨ ਦੇ ਵੱਖ ਵਿਚਾਰ ਆ। ਸੋ ਸਾਰੇ ਆਪਣੀ ਵਿਚਾਰਧਾਰਾ ਦੇ ਨਾਲ ਚੱਲ ਰਹੇ ਆ ਔਰ ਸਾਰਿਆਂ ਦੀ ਆਪੋ ਆਪਣੀ ਵਿਚਾਰਧਾਰਾ ਦੇ ਵਿੱਚ ਇਸ ਐਜੀਟੇਸ਼ਨ ਨੂੰ ਲੈ ਕੇ ਕੁਝ ਚੰਗਾ ਹੀ ਹੋਊਗਾ, ਰਾਈਟ। ਕੋਈ ਜਿਹੜਾ ਆਪਣੀ ਵਿਚਾਰਧਾਰਾ ਰੱਖ ਕੇ ਉਹ ਸੋਚਦਾ ਵੀ ਮੇਰੀ ਵਿਚਾਰਧਾਰਾ ਚੰਗੀ ਆ, ਮੈਂ ਆਪਣੇ ਵੱਲੋਂ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਟ ਕਈ ਵਿਚਾਰਧਾਰਾ ਆਪਣੀਆਂ ਵਿਚਾਰਧਾਰਾ ਨੂੰ ਰੋਕ ਕੇ ਇਸ ਟਾਈਮ ਤੇ ਸਾਨੂੰ ਜਥੇਬੰਦੀਆਂ ਦਾ ਵਿਚਾਰਧਾਰਾ ਦੇ ਅਕੋਰਡਿੰਗ ਨਹੀਂ ਚੱਲਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕੋਲ ਸਾਲਾਂ ਦਾ ਐਕਸਪੀਰੀਅੰਸ ਆ ਔਰ ਉਹਨਾਂ ਨੂੰ ਜ਼ਿਆਦਾ ਪਤਾ, ਉਹਨਾਂ ਨੂੰ ਜ਼ਿਆਦਾ ਨੌਲੇਜ ਆ। ਬਜਾਏ ਕਿ ਮੈਂ ਅੱਜ ਆਪਣੀ ਵਿਚਾਰਧਾਰਾ ਰੱਖਣੀ ਸ਼ੁਰੂ ਕਰਦਾ, ਮੈਂ ਇੱਕ ਸੁਜੈਸ਼ਨ ਦੇ ਸਕਦੀ ਹਾਂ ਬਟ ਮੈਂ ਡਿਸੀਜਨ ਮੇਕਰ ਨਹੀਂ ਹੋ ਸਕਦੀ। 26 ਦੀ ਘਟਨਾ ਤੋਂ ਬਾਅਦ ਹੁਣ ਕੋਈ ਸਰਕਾਰ ਵੀ ਕੋਈ ਲੱਗ ਨਹੀਂ ਰਿਹਾ ਕਿ ਮੀਟਿੰਗ ਤੇ ਹੈਗੀ ਕੋਈ ਸਾਹਮਣੇ ਗੱਲ ਕਰੇ, ਕਿਉਂਕਿ ਹੁਣ ਜਿਹੜੇ ਕੱਚੇ ਘਰ ਬਣ ਰਹੇ ਉੱਥੇ ਬਣਾਏ ਕਿਉਂਕਿ ਸਮਾਨ ਸਮੂਨ ਰੱਖਣ ਬਾਰਿਸ਼ ਆ ਜਾਂਦੀ ਹੈ, ਉਹਨੂੰ ਲੈ ਕੇ ਵੀ ਕਈ ਕਿਸਾਨਾਂ ਉੱਪਰ ਮਾਮਲੇ ਦਰਜ ਕਰ ਰਹੀ ਹੈ, ਬਣਾਉਣ ਨਹੀਂ ਦਿੱਤੇ ਜਾ ਰਹੇਗੇ। ਨਾ ਹੀ ਕਈ ਥਾਵਾਂ ਤੇ ਵੇਖਿਆ ਵੀ ਟਰਾਲੀਆਂ ਵੀ ਲਾਉਣ ਦਿੱਤੀਆਂ ਜਾ ਰਹੀਆਂ ਹੈਗੀਆਂ। ਵੀ ਸਰਕਾਰਾਂ ਦੀਆਂ ਨੀਤੀਆਂ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਵੇਖੋ, ਸਰਕਾਰ ਹਮੇਸ਼ਾ ਤੋਂ ਧੱਕਾ ਕਰਦੀ ਆਈ ਹੈ, ਬਟ ਇਹ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪਣੇ ਹੱਕ ਮੰਗ ਸਕਦੇ ਹੋ, ਤੁਸੀਂ ਧਰਨੇ ਵੀ ਲਾ ਸਕਦੇ ਹੋ। ਸਰਕਾਰਾਂ ਦਾ ਕੰਮ ਆ ਰੁਕਣਾ, ਬਟ ਸਾਡਾ ਕੰਮ ਨਹੀਂ ਆ ਰੁਕਣਾ। ਜੋ ਵੀ ਕਰਨ ਉਹਨਾਂ ਨੇ ਅੱਗੇ ਵੀ ਬਹੁਤ ਸਾਰੇ ਲੋਕੀ ਅੰਦਰ ਕੀਤੇ ਆ, ਹੋਰ ਕਰ ਲੈਣਗੇ, ਇਹ 'ਚ ਕੀ ਫਰਕ ਪੈਂਦਾ ਆ। ਬਟ ਗੱਲ ਇਹੀ ਹੈ ਵੀ ਜੋ ਸਾਡੇ ਜਿਹੜੇ ਬਿੱਲ ਜੋ ਤੱਕ ਰੱਦ ਨਹੀਂ ਹੁੰਦੇ, ਅਸੀਂ ਇੱਥੋਂ ਨਹੀਂ ਉੱਠਾਂਗੇ। ਉਹੀ ਆਪਾਂ ਇੱਕ ਡਿਸੀਜਨ ਮੇਕਿੰਗ ਕਰਕੇ ਗਏ ਸੀਗੇ ਔਰ ਕਰਕੇ ਵਾਪਸ ਆਵਾਂਗੇ। ਔਰ ਇਹ ਵੀ ਸਾਨੂੰ ਪਤਾ ਵੀ ਬਹੁਤ ਲੰਬਾ ਟਾਈਮ ਲੱਗੂਗਾ, ਕਿਉਂਕਿ ਸਰਕਾਰ ਹਜੇ ਐਡੀ ਛੇਤੀ ਮੰਨਣ ਵਾਲੀ ਨਹੀਂ। ਬਟ ਚੰਗਾ ਹੈ, ਜਿੰਨਾ ਲੰਬਾ ਚੱਲੂਗਾ, ਸਾਰੇ ਆਲ ਓਵਰ ਇੰਡੀਆ ਅਵੇਅਰਨੈਸ ਹੁੰਦੀ ਪਈ ਆ, ਹੋਰ ਵੀ ਇੰਟਰਨੈਸ਼ਨਲੀ ਇੰਨੀ ਜ਼ਿਆਦਾ ਅਵੇਅਰਨੈਸ ਆ, ਅੱਗੇ ਜਾ ਕੇ ਹੋਰ ਅਵੇਅਰਨੈਸ ਹੋਊਗੀ। ਇਟਸ ਗੁੱਡ ਫॉर ਅਸ। ਯਾਨੀ ਕਿ ਲੋਕਾਂ ਵਿੱਚ ਕਾਫੀ ਅਵੇਅਰਨੈਸ ਆਈ। ਜਿਵੇਂ ਤੁਸੀਂ ਇੱਕ ਗੱਲ ਕਰੀਏ, ਤੁਸੀਂ ਔਰਤਾਂ ਉੱਥੇ ਸ਼ਮੂਲੀਅਤ ਦੀ ਬਹੁਤ ਘੱਟ ਵੇਖੀ ਗਈ ਹੈ। ਤੁਹਾਨੂੰ ਵੀ ਇੱਥੇ ਤੰਗੀਆਂ ਦੇ ਸਾਹਮਣਾ ਕਰਨਾ ਪੈਂਦਾ ਹੋਊਗਾ, ਕਿਉਂਕਿ ਕਾਫੀ ਸਮੱਸਿਆਵਾਂ ਆ ਜਾਂਦੀਆਂ, ਤੇ ਇਸ ਲਈ ਤੁਸੀਂ ਨੌਜਵਾਨ ਕੁੜੀਆਂ ਨੂੰ ਜਾਂ ਔਰਤਾਂ ਨੂੰ, ਹੋਰ ਮਹਿਲਾਵਾਂ ਨੂੰ ਕੀ ਅਪੀਲ ਕਰੋਗੇ, ਕਿਉਂਕਿ ਵੱਧ ਤੋਂ ਵੱਧ ਉੱਥੇ ਪਹੁੰਚਣ ਤਾਂ ਕਿ ਉੱਥੇ ਸਾਥ ਦੇਣ, ਸਾਰੀਆਂ ਸਮੱਸਿਆਵਾਂ ਦਾ
ਹੱਲ ਹੋ ਜਾਂਦਾ, ਕਿਉਂਕਿ ਇੱਕ ਔਰਤ ਬੰਦੇ ਨਾਲ ਮੋਢੇ ਨਾਲ ਮੋਢਾ ਖੜ ਜੇ ਤੇ ਸਾਰੀ ਸਮੱਸਿਆ ਹੱਲ ਹੋ ਜਾਂਦਾ। ਮੈਂ ਚਾਹੁੰਦੀ ਵੀ ਜਿਹੜੀਆਂ ਬਜ਼ੁਰਗ ਔਰਤਾਂ ਠੀਕ ਆ ਉੱਥੇ ਹੈਗੀਆਂ, ਬਟ ਨੌਜਵਾਨ ਕੁੜੀਆਂ ਨੂੰ ਵੀ ਉੱਥੇ ਹੋਣਾ ਚਾਹੀਦਾ ਆ, ਪਾਰਟਿਸਿਪੇਟ ਕਰਨਾ ਚਾਹੀਦਾ ਆ ਔਰ ਵੱਧ ਤੋਂ ਵੱਧ ਮੋਰਚੇ ਨੂੰ ਜੁਆਇਨ ਕਰਨਾ ਚਾਹੀਦਾ ਆ, ਕਿਉਂਕਿ ਪੜ੍ਹੀਆਂ ਲਿਖੀਆਂ ਕੁੜੀਆਂ ਆਪਣਾ ਇੰਟਰਨੈਟ ਚਲਾ ਕੇ ਬਹੁਤ ਸਾਰੀਆਂ ਚੀਜ਼ਾਂ ਦੀ ਅਵੇਅਰਨੈਸ ਕਰ ਸਕਦੀਆਂ, ਉੱਥੇ ਹੋਣਾ ਚਾਹੀਦਾ ਨੌਜਵਾਨ ਕੁੜੀਆਂ ਨੂੰ। ਹਾਂ ਬਿਲਕੁਲ ਜੀ, ਇਹ ਸਾਨੂੰ ਸੋਨੀਆ ਮਾਨ ਜੀ ਇਹਨਾਂ ਨਾਲ ਹੁਣ ਤੱਕ ਦੀ ਸਾਰੀ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਹੁਣ ਪਹੁੰਚੇ ਨੇ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਅਤੇ ਔਰਤਾਂ ਨੂੰ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਉਹ ਮੋਰਚੇ ਵਿੱਚ ਪਹੁੰਚਣ ਤਾਂ ਜੋ ਇਹ ਕਿਸਾਨ ਜਿੱਤ ਪ੍ਰਾਪਤ ਕਰ ਸਕਣ। ਫਰੀਦਕੋਟ ਤੋਂ ਜਗਮਨ ਟੀਵੀ ਲਈ ਜਗਤਾਰ ਦਸਾਂਝ।